ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਬੱਚਿਓ, ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮਸੀਹੀ ਤਾਲੀਮ ਦੀ ਕਲਾਸ ਜਮਾਤ 9ਵੀਂ। ਬੁੱਕ ਦਾ ਨਾਂ ਹੈ ਕੈਥਲਿਕ ਈਮਾਨ ਦੀ ਬੁਨਿਆਦ, ਰਸੂਲਾਂ ਦਾ ਕਲਮਾ। ਅਧਿਆਇ ਪਹਿਲਾ, ਈਮਾਨ ਖੁਦਾ ਦੀ ਉੱਤਮ ਦੇਣ। ਪੇਜ ਨੰਬਰ 9। ਈਮਾਨ ਖੁਦਾ ਦਾ ਵਰਦਾਨ। ਇਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਈਮਾਨ ਖੁਦਾ ਦੀ ਸਭ ਤੋਂ ਉੱਤਮ ਦੇਣ ਹੈ, ਜਿਸ ਦੇ ਰਾਹੀਂ ਅਸੀਂ ਖੁਦਾ ਦੇ ਸਾਰੇ ਜ਼ਾਹਰ ਕੀਤੇ ਹੋਏ ਗਿਆਨ ਉੱਤੇ, ਜਿਸ ਨੂੰ ਉਹ ਆਪਣੀ ਕਲੀਸਿਆ ਦੇ ਰਾਹੀਂ ਮਨਵਾਉਣ ਲਈ ਪੇਸ਼ ਕਰਦਾ ਹੈ। ਈਮਾਨ ਇੱਕ ਨੂਰ ਵੀ ਅਖਵਾਉਂਦਾ ਹੈ, ਕਿਉਂਕਿ ਉਹ ਸਾਡੀ ਰੂਹ ਨੂੰ ਰੌਸ਼ਨ ਕਰਦਾ ਹੈ। ਜੋ ਕੁਝ ਖੁਦਾ ਨੇ ਪ੍ਰਗਟ ਕੀਤਾ, ਕਲੀਸਿਆ ਦੇ ਰਾਹੀਂ ਮੰਨਣ ਲਈ ਜ਼ਾਹਰ ਕੀਤਾ। ਅਸੀਂ ਖੁਦਾ ਦੇ ਪ੍ਰਗਟ ਕੀਤੇ ਹੋਏ ਗਿਆਨ ਨੂੰ ਵੀ ਖੁਦਾ ਦੀ ਗਵਾਹੀ ਉੱਤੇ ਸੱਚ ਮੰਨ ਲੈਂਦੇ ਹਾਂ। ਈਮਾਨ ਇੱਕ ਵੱਡੀ ਬਰਕਤ ਹੈ, ਜਿਸ ਦੇ ਬਗੈਰ ਅਸੀਂ ਨਜਾਤ ਨਹੀਂ ਪਾ ਸਕਦੇ। ਅਸੀਂ ਇਸ ਨੂੰ ਬਰਕਤ ਈਮਾਨ ਦੇ ਖਿਲਾਫ ਕਸੂਰ ਨਾਲ ਗੁਆ ਬੈਠਦੇ ਹਾਂ। ਅਗਰ ਅਸੀਂ ਕੋਈ ਵੀ ਗੁਨਾਹ ਕਰਦੇ ਹਾਂ ਤਾਂ ਅਸੀਂ ਇਸ ਈਮਾਨ ਨੂੰ ਖੋ ਬੈਠਦੇ ਹਾਂ। ਸੈਕਿੰਡ, ਤੁਹਾਨੂੰ ਇੱਥੇ ਦੱਸਿਆ ਗਿਆ ਹੈ ਈਮਾਨ ਜ਼ਾਹਿਰ ਕੀਤੀਆਂ ਸੱਚਾਈਆਂ ਨੂੰ ਮੰਨਣ ਲਈ ਜ਼ਰੂਰੀ। ਸਾਨੂੰ ਜ਼ਰੂਰ ਉਸ ਸਭ ਉੱਤੇ ਜਿਹੜਾ ਖੁਦਾ ਨੇ ਜ਼ਾਹਿਰ ਕੀਤਾ ਹੈ ਈਮਾਨ ਲਿਆਉਣਾ ਚਾਹੀਦਾ ਹੈ, ਕਿਉਂਕਿ ਜੋ ਖੁਦਾ ਅਜਿਹੀ ਸੱਚਾਈ ਹੈ, ਖੁਦਾ ਇੱਕ ਅਜਿਹੀ ਸੱਚਾਈ ਹੈ ਜੋ ਕਿ ਨਾ ਫਰੇਬ ਦੇ ਸਕਦਾ ਹੈ ਅਤੇ ਨਾ ਹੀ ਫਰੇਬ ਖਾ ਸਕਦਾ ਹੈ। ਸਾਨੂੰ ਮਜ਼ਬੂਤੀ ਨਾਲ ਬਗੈਰ ਕਿਸੇ ਸ਼ੱਕ ਦੇ ਸਾਰੀਆਂ ਜ਼ਾਹਰ ਕੀਤੀਆਂ ਹੋਈਆਂ ਸੱਚਾਈਆਂ ਉੱਤੇ ਈਮਾਨ ਲਿਆਉਣਾ ਚਾਹੀਦਾ ਹੈ। ਪੇਜ ਨੰਬਰ 10। ਥਰਡ ਪੁਆਇੰਟ ਹੈ ਈਮਾਨ ਮੁਕਤੀ ਲਈ ਜ਼ਰੂਰੀ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਈਮਾਨ ਨਜਾਤ ਲਈ ਜ਼ਰੂਰੀ ਹੈ। ਜੇਕਰ ਅਸੀਂ ਖੁਦਾ ਉੱਪਰ ਈਮਾਨ ਰੱਖਦੇ ਹਾਂ ਤਾਂ ਅਸੀਂ ਮੁਕਤੀ ਪਾਵਾਂਗੇ। ਖੁਦਾ ਨੇ ਆਖਿਆ ਹੈ, ਜੋ ਈਮਾਨ ਲਿਆਉਂਦਾ ਹੈ ਅਤੇ ਬਪਤਿਸਮਾ ਪਾਉਂਦਾ ਹੈ ਉਹ ਮੁਕਤੀ ਪਾਵੇਗਾ, ਅਤੇ ਜੋ ਈਮਾਨ ਨਹੀਂ ਲਿਆਉਂਦਾ ਉਹ ਦੋਸ਼ੀ ਠਹਿਰਾਇਆ ਜਾਵੇਗਾ। ਇਸ ਦੇ ਬਾਰੇ ਅਸੀਂ ਮਰਕੁਸ ਦੀ ਅੰਜੀਲ ਉਸਦੇ 16 ਬਾਬ ਦੇ 16 ਅਧਿਆਇ ਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਪੜ੍ਹ ਸਕਦੇ ਹਾਂ। ਇਸ ਦੇ ਬਾਰੇ ਅਸੀਂ ਜਾਣ ਸਕਦੇ ਹਾਂ। ਜਿਸ ਤਰ੍ਹਾਂ ਰੂਹ ਦੇ ਬਿਨਾਂ ਸਰੀਰ ਮੁਰਦਾ ਹੈ, ਉਸੇ ਤਰ੍ਹਾਂ ਕੰਮਾਂ ਦੇ ਬਿਨਾਂ ਈਮਾਨ ਵੀ ਮੁਰਦਾ ਹੈ। ਸੰਤ ਪੌਲਸ ਦੇ ਅਨੁਸਾਰ ਅਸੀਂ ਇਹ ਮੰਨਦੇ ਹਾਂ ਕਿ ਮਨੁੱਖ ਵਿਧਾਨ ਦੇ ਥਾਪੇ ਕਰਮਾਂ ਤੋਂ ਬਿਨਾਂ ਈਮਾਨ ਰਾਹੀਂ ਪਾਪ ਮੁਕਤ ਹੁੰਦਾ ਹੈ। ਇਸ ਲਈ ਇਹ ਵੇਖਦੇ ਹੋਏ ਅਸੀਂ ਈਮਾਨ ਦੇ ਰਾਹੀਂ ਪਾਪ ਮੁਕਤ ਕੀਤੇ ਜਾਂਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਖੁਦਾ ਨਾਲ ਸਾਡਾ ਮੇਲ ਹੋਇਆ ਹੈ, ਤਾਂ ਖੁਦਾ ਦੇ ਨਾਲ ਆਪਣੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਮਿਲਾਪ ਰੱਖੀਏ। ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਖੁਦਾ ਦੇ ਉੱਪਰ ਈਮਾਨ ਰੱਖੀਏ। ਫੋਰਥ ਪੁਆਇੰਟ ਹੈ ਖੁਦਾ ਦੀਆਂ ਜ਼ਾਹਰ ਕੀਤੀਆਂ ਸੱਚਾਈਆਂ ਨੂੰ ਮੰਨਣਾ। ਅਸੀਂ ਖੁਦਾ ਦੀਆਂ ਉਹਨਾਂ ਸਾਰੀਆਂ ਸਿੱਖਿਆਵਾਂ ਨੂੰ ਕੈਥਲਿਕ ਕਲੀਸਿਆ ਦੀ ਗਵਾਹੀ ਤੋਂ ਜਾਣ ਸਕਦੇ ਹਾਂ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਹੀ ਸਾਰੀਆਂ ਕੌਮਾਂ ਨੂੰ ਤਾਲੀਮ ਦੇਣ ਦਾ ਅਧਿਕਾਰ ਦਿੱਤਾ ਹੈ। ਇੱਥੇ ਕਲੀਸਿਆ ਜਾਂ ਸਿੱਖਣ ਵਾਲੀ ਕਲੀਸਿਆ ਦਾ ਮਤਲਬ ਸੰਤ ਪੌਪ ਤੇ ਉਹ ਸਾਰੇ ਬਿਸ਼ਪ ਸਾਹਿਬਾਨ ਜਿਹੜੀ ਉਸਦੀ ਤਾਬਿਆਦਾਰੀ ਵਿੱਚ ਹਨ। ਖੁਦਾਵੰਦ ਯਿਸੂ ਮਸੀਹ ਨੇ ਇਹ ਅਧਿਕਾਰ ਕੈਥਲਿਕ ਕਲੀਸਿਆ ਨੂੰ ਦਿੱਤਾ ਜਦ ਉਸਨੇ ਆਪਣੇ ਰਸੂਲਾਂ ਨੂੰ ਆਖਿਆ, ਤੁਸੀਂ ਜਾਓ ਅਤੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਅਤੇ ਉਹਨਾਂ ਨੂੰ ਬਾਪ ਬੇਟੇ ਰੂਪਾਕ ਦੇ ਨਾਮ ਉੱਤੇ ਬਪਤਿਸਮਾ ਦਿਓ।
नाले उन्हां नूं ਉਹ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਓ जिन्हां दी मैं ਤੁਹਾਨੂੰ आग्या ਦਿੱਤੀ है। ਵੇਖੋ मैं हमेशा ਤੁਹਾਡੇ ਨਾਲ युगां ਦੇ अंत तक। प्रभु यीशु मसीह ने सानू वो सब कुछ ਜਿਹੜਾ कलीसिया मनण ਲਈ फरमाउंदी है मनण ਦਾ हुक्म दिता। ਜਦੋਂ उसने आख्या जो तुहाडी सुनदा है वो मेरी सुनदा है अते जो तुहानू स्वीकार करदा है वो मैनू स्वीकार करदा है। जो मैनू स्वीकार नहीं करदा वो उसनू स्वीकार नहीं करदा जिसने मैनू कल्लिया है। जेकर वो उन्हां दी भी सुनन तो इनकार करदा है तो कलीसिया नू दसो अते जेकर वो कलीसिया दी सुनन तो भी इनकार करदा है तो वो तुहाडे लई गैर यहूदी अते मसूलीए वांग होवेगा। 5th पॉइंट है पवित्र ग्रंथ अते रसूली रवायत। खुदा दा सारा प्रगट किया होया ज्ञान जिहड़ा पवित्र ग्रंथ अते रसूली रवायत विच सुरक्षित है ईमान दी अमानत अखवाउंदा है। पाक लिखतां अते रसूली तालीम यानी रवायत ही उन्हां दे स्रोत हैं जिन्हां नाल रूपाक दी सहायता नाल कलीसिया वर्तमान काल विच भी ਉਹੀ कुछ जानती है जो कुछ मसीह ने शुरू विच सिखाया। सिक्स्थ पॉइंट है पाक लिखतां। पाक लिखतां पुराने अते नवे नियम दीयां किताबां हन बच्चों जिहड़ियां पवित्र आत्मा दे प्रकाश अते खास मकसद दे लई लिखियां गईयां हन। पाक लिखतां दा पहला हिस्सा पुराने नियम दीयां किताबां जिहड़ियां प्रभु यीशु मसीह तो पहलां लिखियां गईयां हन ਅਤੇ दूसरा हिस्सा नवे नियम ਦੀਆਂ किताबां ਜਿਹੜੀਆਂ प्रभु यीशु मसीह तो बाद लिखियां गईयां ਹਨ। पाक लिखतां उन्हां नबियां ने लिखियां जिन्हां नूं पवित्र आत्मा ਦਾ ਗਿਆਨ प्रकाश मिलिया। ਗਿਆਨ प्रकाश ਉਹ ਖਾਸ ਅਤੇ ਉੱਤਮ ਮਦਦ ਹੈ ਜਿਸ ਨਾਲ खुदा पाक ਲਿਖਾਰੀ ਨੂੰ ਰੋਸ਼ਨੀ ਦਿੰਦਾ ਹੈ ਅਤੇ ਸਹਾਇਤਾ ਕਰਦਾ ਹੈ ਤਾਂ ਜੋ खुदा जो कुछ सिखाउण ਦਾ इरादा ਰੱਖਦਾ ਹੈ ਲਿਖਾਰੀ सिर्फ उसनूं ही सच्चाई अते वफादारी दे नाल लिखे अते सच्चाई दे नाल बयान करे। 7th पॉइंट है रसूली रवायत। बच्चों रसूली रवायत तो भाव है वो सारियां ज़ाहिर कीतियां सच्चाइयां जड़ियां पहले प्रभु यीशु मसीह अते उसके रसूलों ने सिखाइयां अते हुण तक पीढ़ियों पीढ़ी सिलसिलेवार साडे तक पहुँचियां हन। रवायत कोई किस्सा या कहानी नहीं सगों एक खुदा दी अणलिखिया होया कलाम है। संत पौलुस रसूल फरमाउंदे हन इसलिए भराओ कायम रहो अते उन्हां रवायतां विच दृढ़ बने रहो जिन्हां दी सिक्ख्या तुहानूं साडे कोलों ज़बानी जां लिखती पत्तर राहीं मिलती है। रसूली रवायत बच्चों वो सारियां ही ज़ाहिर कीतियां होईयां सच्चाइयां हन ਜਿਹੜੀਆਂ ਸਾਨੂੰ प्रभु यीशु मसीह ਅਤੇ ਉਹਨਾਂ ਦੇ ਰਸੂਲ ਨੇ ਸਿਖਾਈਆਂ ਤੇ ਹੁਣ ਤੱਕ ਜਿਸ ਨੂੰ ਅਸੀਂ ਉਹਨਾਂ ਦੇ ਬਾਰੇ ਜਾਣ ਰਹੇ ਹਾਂ ਉਹਨਾਂ ਦੇ ਬਾਰੇ ਸੁਣ ਰਹੇ ਹਾਂ ਜੋ ਪੀੜ੍ਹੀਓਂ ਪੀੜ੍ਹੀ ਸਿਲਸਿਲੇਵਾਰ ਹੁਣ ਤੱਕ ਸਾਡੇ ਕੋਲ ਆ ਰਹੀਆਂ ਹਨ ਸਾਡੇ ਕੋਲ ਪਹੁੰਚ ਰਹੀਆਂ ਹਨ। ठीक है। 8th पॉइंट है रसूला दा कलमा। प्यारे बच्चों रसूला दा कलमा जो प्रार्थना असी एक लय दे विच करदे हां इत्थे रसूला दा कलमा प्रार्थना पॉइंट्स दे विच दसी गई है अते ये भी दसिया गया है कि रसूला दे कलमे तो इलावा 2 होर कलमे हन नैसिया दा कलमा अते अथनासियुस दा कलमा। इस पॉइंट दे विच असी उस दे बारे जानते हाँ। ठीक है। 9th पॉइंट है रसूला दा कलमा वंडिया। रसूला दा कलमा 12 हिस्सों विच वंडिया है। रसूला दा कलमा 3 वड्डे हिस्सों विच वंडिया जा सकता है। पहला हिस्सा खुदा अते दुनिया जा सृष्टि दा। दूसरा हिस्सा खुदा बेटे अते साडी नजात जा मुक्ति दा। अते तीसरा हिस्सा रूपाक अते साडी पवित्रता दा जिक्र करता है। सो प्यारे बच्चों
ਇਹ ਜੋ ਕਲਾਸ 9ਵੀਂ ਦਾ ਪਹਿਲਾ ਅਧਿਆਇ ਹੈ, ਈਮਾਨ ਖੁਦਾ ਦੀ ਉੱਤਮ ਦੇਣ, ਤੁਸੀਂ ਸਭ ਨੇ ਇਸ ਅਧਿਆਇ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪੜ੍ਹਨਾ। ਜੋ ਇਹ ਤੁਹਾਨੂੰ 9 ਪੁਆਇੰਟ ਦਿੱਤੇ ਗਏ ਹਨ। ਪਹਿਲਾ, ਈਮਾਨ ਖੁਦਾ ਦਾ ਵਰਦਾਨ। ਦੂਸਰਾ, ਈਮਾਨ ਜ਼ਾਹਰ ਕੀਤੀਆਂ ਸੱਚਾਈਆਂ ਨੂੰ ਮੰਨਣ ਲਈ ਜ਼ਰੂਰੀ। ਤੀਸਰਾ, ਈਮਾਨ ਮੁਕਤੀ ਲਈ ਜ਼ਰੂਰੀ। ਚੌਥਾ, ਖੁਦਾ ਦੀ ਜ਼ਾਹਰ ਕੀਤੀਆਂ ਸੱਚਾਈਆਂ ਨੂੰ ਮੰਨਣਾ। ਪੰਜਵਾਂ, ਪਵਿੱਤਰ ਗ੍ਰੰਥ ਅਤੇ ਰਸੂਲੀ ਰਵਾਇਤ। ਛੇਵਾਂ, ਪਾਕ ਲਿਖਤਾਂ। ਸੱਤਵਾਂ, ਰਸੂਲੀ ਰਵਾਇਤ। ਅੱਠਵਾਂ, ਰਸੂਲਾਂ ਦਾ ਕਲਮਾ ਅਤੇ ਨੌਵਾਂ, ਰਸੂਲਾਂ ਦਾ ਕਲਮਾ ਵੰਡਿਆ। ਤੁਸੀਂ ਸਭ ਨੇ ਇਹ ਜੋ 9 ਪੁਆਇੰਟ ਹਨ ਪਹਿਲੇ ਅਧਿਆਇ ਦੀਆਂ, ਈਮਾਨ ਖੁਦਾ ਦੀ ਉੱਤਮ ਦੇਣ, ਇਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਨੂੰ ਪੜ੍ਹਨਾ ਅਤੇ ਈਮਾਨ ਜੋ ਖੁਦਾ ਦੀ ਉੱਤਮ ਦੇਣ ਹੈ ਉਸ ਦੇ ਬਾਰੇ ਇਸ ਨੂੰ ਜਾਣਨਾ। ਸੋ ਬੱਚਿਓ, ਨੈਕਸਟ ਵੀਡੀਓ ਦੇ ਵਿੱਚ ਅਸੀਂ ਇਸ ਦੇ ਜੋ